ਪਿਛਲੇ ਦਿਨੀ 25 ਮਈ ਨੂੰ ਫਰੀਦਕੋਟ ਦੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਹਿਰੂ ਯੁਵਾ ਕੇਂਦਰ ਦੀ ਫਰੀਦਕੋਟ ਇਕਾਈ ਵੱਲੋਂ ਯੁਵਾ ਉਤਸਵ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਦੇ ਅੰਮ੍ਰਿਤ ਕਾਲ ਦੇ ਪੰਜ ਪ੍ਰਣ ਵਿਕਸਿਤ ਭਾਰਤ ਦਾ ਨਿਰਮਾਣ, ਗੁਲਾਮੀ ਦੀ ਹਰ ਸੋਚ ਤੋਂ ਮੁਕਤੀ, ਵਿਰਾਸਤ ਤੇ ਮਾਣ, ਏਕਤਾ ਵਿੱਚ ਇਕਜੁੱਟਤਾ ਅਤੇ ਨਾਗਰਿਕ ਕਰਤੱਵ ਵਿਸ਼ਿਆਂ ਤੇ ਸਕੂਲੀ ਬੱਚਿਆਂ ਦੀ ਭਾਸ਼ਣ ਪ੍ਰਤੀਯੋਗਿਤਾ, ਪੇਂਟਿੰਗ, ਕਵਿਤਾ ਲੇਖਣ, ਮੋਬਾਈਲ ਫੋਟੋਗ੍ਰਾਫੀ, ਸਮੂਹ ਗਾਨ ਤੇ ਲੋਕ ਨਾਚ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ਵਿੱਚ ਸਕੂਲੀ ਬੱਚਿਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਸ਼੍ਰੀ ਸੇਵਕ ਸਿੰਘ ਚਾਵਲਾ ਨੇ ਸ਼ਮਾ ਰੋਸ਼ਨ ਕਰਕੇ ਇਸ ਯੁਵਾ ਮੇਲੇ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਇਹੋ ਜਿਹੇ ਮੇਲਿਆਂ ਨੂੰ ਸਦਾ ਕਰਦੇ ਰਹਿਣ ਅਤੇ ਵਿਦਿਆਰਥੀਆਂ ਵਿੱਚ ਪ੍ਰਤੀਯੋਗਿਤਾ ਵਿੱਚ ਰੁਚੀ ਵਧਾਉਣ ਲਈ ਭਾਰਤ ਸਰਕਾਰ ਦੀ ਸਰਾਹਨਾ ਕੀਤੀ। ਅਨੇਕਾਂ ਹੀ ਕਲੱਬਾਂ ਨਹਿਰੂ ਯੁਵਕ ਕੇਂਦਰ ਦੇ ਨਾਲ ਸੰਬੰਧਿਤ ਹੈ, ਜਿਨ੍ਹਾਂ ਦੇ ਮੈਂਬਰਸ ਨੂੰ ਜੋ ਅੱਜ ਦੀ ਭੌਤਿਕਵਾਦੀ ਜ਼ਿੰਦਗੀ ਹੈ ਉਹਦੇ ਵਿੱਚੋਂ ਆਪਣੇ ਜੀਵਨ ਦਾ ਰਾਹ ਕਿਵੇਂ ਬਣਾਉਣਾ ਹੈ, ਅਸੀਂ ਆਪਣੇ ਜੀਵਨ ਦੇ ਵਿੱਚ ਕਿਵੇਂ ਤਰੱਕੀ ਕਰਨੀ ਹੈ, ਕਿਵੇਂ ਆਪਣੇ ਮਾਤਾ ਪਿਤਾ ਦੀਆਂ ਆਸਾਵਾਂ ਉਮੀਦਾਂ ਦੇ ਉੱਤੇ ਪੂਰਾ ਉਤਰਨਾ ਹੈ, ਇਹ ਵਿਚਾਰ ਇਸ ਉਮਰ ਦੇ ਵਿੱਚ ਹੀ ਦਿੱਤੇ ਜਾ ਸਕਦੇ ਹੈ। ਅਤੇ ਨਹਿਰੂ ਯੁਵਕ ਕੇਂਦਰ ਇਹ ਕੰਮ ਕਰ ਰਿਹਾ ਹੈ ਅਤੇ ਨਹਿਰੂ ਯੁਵਕ ਕੇਂਦਰ ਨੇ ਜੋ ਇਹ ਉਪਰਾਲਾ ਕੀਤਾ ਉਹ ਵਧਾਈ ਦੇ ਪਾਤਰ ਹੈ। ਕਿਸੇ ਕਵੀ ਨੇ ਕਿਹਾ ਇਸ ਭਾਰਤ ਮਾਤਾ ਵਾਸਤੇ, ਜਿਹਨੂੰ ਅਸੀਂ ਮਾਂ ਸਮਝਦੇ ਹਾਂ, ਦੇਸ਼ ਜਿਹਨੂੰ ਅਸੀਂ ਭਾਰਤ ਮਾਤਾ ਕਹਿੰਦੇ ਹਾਂ, ਇਹ ਸਾਡੀ ਮਾਤਾ ਹੈ, ਅਸੀਂ ਸਾਰੇ ਇਹਦੇ ਬੱਚੇ ਹਾਂ। ਅਤੇ ਬੱਚਿਓ, ਜੇਕਰ ਇਹ ਸੋਝੀ ਸਾਡੇ ਸਾਰਿਆਂ ਦੇ ਵਿੱਚ ਆ ਜਾਵੇ ਕਿ ਇਹ ਭਾਰਤ ਮਾਤਾ ਸਾਡੀ ਮਾਂ ਹੈ, ਅਸੀਂ ਇਹਦੇ ਬੱਚੇ ਹਾਂ, ਆਪਸ ਵਿੱਚ ਭੈਣ ਭਰਾ ਹਾਂ, ਸਾਡੇ ਵਿੱਚ ਕੋਈ ਵੀ ਇੱਕ ਦੂਜੇ ਦੇ ਵਖਰੇਵਾਂ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ। ਕਿਸੇ ਨੇ ਕਵੀ ਨੇ ਲਿਖਿਆ ਹੈ ਕਿ ਮੇਰੇ ਦੇਸ਼ ਭਾਰਤ ਮੇਰੀ ਮਾਤ ਭੂਮੀ, ਮੇਰੇ ਦੇਵਤਾ ਮੈਂ ਨਮਸਕਾਰ ਕਰਦਾ, ਮੁਹੱਬਤ ਹੈ ਮਾਂ ਬਾਪ ਉਸਤਾਦ ਥੀ, ਪਰ ਮੈਂ ਤੈਨੂੰ ਪ੍ਰਭੂ ਨਾਲੋਂ ਵੀ ਵੱਧ ਪਿਆਰ ਕਰਦਾ, ਤੇਰੀ ਇਸ ਮਿੱਟੀ ਨੂੰ ਮੱਥੇ 'ਤੇ ਲਾ ਕੇ ਮੈਂ ਜਜ਼ਬਾਤ ਆਪਣੇ ਦਾ ਇਜ਼ਹਾਰ ਕਰਦਾ, ਤੇਰੇ ਵਾਸਤੇ ਜੀਵਾਂਗਾ ਮਰਾਂਗਾ, ਭਰੀ ਇਸ ਮਹਿਫਲ 'ਚ ਇਕਰਾਰ ਕਰਦਾ। ਜੇ ਇਸ ਤਰ੍ਹਾਂ ਦੇ ਵਿਚਾਰ ਬੱਚਿਆਂ ਦੇ ਹੋ ਜਾਣ ਤਾਂ ਇਸ ਸਮਾਜ ਦੀ ਸੇਵਾ ਕਰਨ ਦੇ ਵਾਸਤੇ ਅਸੀਂ ਵਾਸਤਵ ਦੇ ਵਿੱਚ ਬੱਚਿਆਂ ਨੂੰ ਤਿਆਰ ਕਰ ਲਾਂਗੇ। ਬੱਚੇ ਭਾਵੇਂ ਆਉਣ ਵਾਲੇ ਸਮੇਂ ਵਿੱਚ ਡਾਕਟਰ ਬਣ ਜਾਣ, ਵਕੀਲ ਬਣ ਜਾਣ, ਵੱਡੇ ਵੱਡੇ ਅਫਸਰ ਬਣ ਜਾਣ, ਲੇਕਿਨ ਸਭ ਤੋਂ ਵੱਡੀ ਜੋ ਲੋੜ ਹੈ ਕਿ ਉਹ ਵਧੀਆ ਇਨਸਾਨ ਬਣ ਜਾਣ, ਦੇਸ਼ ਭਗਤ ਬਣ ਜਾਣ, ਸਮਾਜ ਸੇਵਕ ਬਣ ਜਾਣ। ਜੇ ਇਹ ਇੱਕ ਟੀਚਾ ਬੱਚੇ ਆਪਣੇ ਜ਼ਿੰਦਗੀ ਦਾ ਰੱਖ ਕੇ ਚੱਲਣਗੇ ਤਾਂ ਇਹਨਾਂ ਫੰਕਸ਼ਨਾਂ ਦਾ, ਇਹਨਾਂ ਪ੍ਰੋਗਰਾਮਾਂ ਦਾ, ਇਹਨਾਂ ਕਾਰਜਕ੍ਰਮਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ। ਇਹਨਾਂ ਸਾਰੀਆਂ ਪ੍ਰਤੀਯੋਗਿਤਾਵਾਂ ਨੂੰ ਮਾਣਯੋਗ ਜੱਜਾਂ ਨੇ ਆਪਣੀ ਪਾਰਖੂ ਨਜ਼ਰ ਨਾਲ ਦੇਖ ਕੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਏ ਪ੍ਰਤੀਯੋਗੀਆਂ ਨੂੰ ਚੁਣਿਆ। To present my views on the topic Panch Pran. Drawing curtains on the Azadi Ka Amrit Mahotsav, our Prime Minister Mr. Narendra Modi delivered an emotive speech from ramparts of Red Fort on 15th August 2022. He had announced the beginning of 25-year-long Amrit Kal to build a Viksit Bharat, developed India. And yeah, it's our duty to maintain this at all. While there are very several elements included in his speech, including the scathing attacks on corruption, including the nepotism and politics, Swachh Bharat Abhiyan too, but here the main crux of his speech was the Panch Pran. Yes, the Panch Pran. The Panch Pran including the first, accomplishing a developed India, the second, shunning the last vestiges of the colonial rule, the third,
upholding India's legacy. The fourth, boosting up internal unity. And the last but not the least, the fifth one, becoming the dutiful citizens, the most important pran. 2047 में विकसित भारत का निर्माण होगा, विकसित भारत का सपना साकार होगा। प्रधानमंत्री जी द्वारा प्रतिपादित पंच प्रण राष्ट्र निर्माण में आधारशिला का कार्य करेंगे, जिनमें से पहला प्रण है विकसित भारत का निर्माण। हमारा भारत जो कि आज़ादी तो 1947 में प्राप्त कर गया, परंतु हम आज तक अपने देश के लोगों की मानसिकता को आज़ाद नहीं कर पाए। विकसित केवल भारत को ही नहीं बल्कि भारत के हर एक नागरिक की मानसिकता को करने की ज़रूरत है। हमारा देश उस दिन विकसित होगा जिस दिन हमारे देश का बेटा अपने बूढ़े माँ बाप को वृद्धाश्रम की चौखट पर छोड़ना बंद कर देगा। हमारा देश उस दिन विकसित होगा जिस दिन हमारे देश का युवा मुसीबत में फंसे लोगों की जान बचाने से ज़्यादा सेल्फी लेकर अपने लाइक बढ़ाने में न लगा रहेगा। हमारा देश उस दिन विकसित होगा जिस दिन हमारे देश में महिलाओं की पूजा नहीं बल्कि उनकी इज्जत की जाएगी। A landmass of 3.2 million kilometer and seventh largest in the world. And what is even more great is its past, its present, and we are hopeful for its future. That is the hands in of us, young generation of India, the Gen Z. India has seen the heights of greatness in the British era from the 18th to the mid-19th century, where the need of the hour has given rise to great leaders who have shown themselves to be the true sons of India, like Sardar Bhagat Singh, Rajguru, Sukhdev, Mangal Pandey, Mahatma Gandhi, and the list goes on. Thus, dropping of smoke in the British Assembly by Bhagat Singh so that demands may fall on the deep ears of the British autocracy, to the legendary Dandi March of Mahatma Gandhi to show defiance of unjust rules of the British. In 1947, India get independence from British rule after a long period of struggle. India will celebrate its 100th year of independence in the year 2047. Our country in 2047 will be what we create today. I have a greater vision for India in 2047. I want that in the next 25 years, India should transform into a powerful nation, both internally and externally. Education and opportunities for good jobs. Every child of India will be educated in 2047 and no child should be forced into a bounded labor. My vision for India is that everyone at equal respect, there should be no discrimination of gender, color, and economic status. Everyone should be at peace and harmony. India should be free from corruption, poverty, unemployment, and social evils that is a major issue of India currently. Everyone gets better medical facilities. My vision for India in 2047 is to make women more powerful and empowered. Has got a golden opportunity to express myself and give my views on a topic, patriotism. Patriotism is not outcome of emotions, but tranquil and a steady dedication of a lifetime towards nation. I have a long belief that sacrifice is a pinnacle of patriotism. Patriotism means supporting our country all the time and government when it deserves it. It refers to the passionate love one has for the country. This virtue pushes the citizens of a country to work for their country selflessly and with a true devotion and the dedication. A truly developed country is made up of a true patriots. In other words, patriotism means keeping country's interest in thinking about oneself. It can be especially seen during the time of the wars. Moreover, it helps us to keep a true identity to a very proven. Due to the earnest efforts of a great freedom fighters, as we all are very much aware about, a great freedom fighters like Rani Lakshmi Bai, Bhagat Singh, and a Gurdev, and a lot more. ਤੋੜ ਟਾਣੀ ਤੋਂ ਸੁੱਟ ਦੋ ਭਾਵੇਂ ਪਰ ਫੇਰ ਵੀ ਮਹਿਕਣੋਂ ਨਹੀਂ ਇਹ ਫੁੱਲ ਜਾਂਦੇ ਸੇਵਾ ਦੇਸ਼ ਤੇ ਕੌਮ ਦੀ ਕਰਨ ਲਈ ਖੂਨ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ ਖੂਨ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ And today I am here to deliver a speech on the topic patriotism and youth. Patriotism is a noble sentiment of love, pride, and sacrifice for the sake of one's country.
The passion of patriotism is said to flow in the arms of our Indian countrymen. Indian nationalism is a blend of various cultures, religions, and ethnicities. The history of Indian freedom struggle shines through the immortal courage of heroic personalities such as Veer Damodar Savarkar, Mahatma Gandhi, Bal Gangadhar Tilak, and Bhagat Singh. ਇਸ ਦੌਰਾਨ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਅੰਮ੍ਰਿਤਸਰ ਵੱਲੋਂ ਲਾਈ ਗਈ ਪ੍ਰਦਰਸ਼ਨੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ। ਇਸ ਪ੍ਰਦਰਸ਼ਨੀ ਦੇ ਜ਼ਰੀਏ ਸਥਾਨਕ ਵਾਸੀਆਂ ਨੂੰ ਦੇਸ਼ ਦੀਆਂ 75 ਵਰ੍ਹਿਆਂ ਦੀਆਂ ਉਪਲਬਧੀਆਂ ਸਣੇ ਕੇਂਦਰ ਸਰਕਾਰ ਦੀਆਂ ਵੱਖੋ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰਦਰਸ਼ਨੀ ਵਿੱਚ ਮੁਦਰਾ ਯੋਜਨਾ, ਅਗਨੀਪਥ ਯੋਜਨਾ, ਸਕਿੱਲ ਇੰਡੀਆ ਸਣੇ ਹੋਰ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ਇਹਨਾਂ ਯੋਜਨਾਵਾਂ ਦਾ ਲਾਹਾ ਲੈ ਸਕਣ। ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫਸਰ ਫਰੀਦਕੋਟ ਸ਼੍ਰੀ ਲਖਵਿੰਦਰ ਸਿੰਘ ਢਿੱਲੋਂ ਨੇ ਇਸ ਯੁਵਾ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਤੇ ਮੇਲੇ ਦੀ ਪ੍ਰਾਪਤੀ ਬਾਰੇ ਦੂਰਦਰਸ਼ਨ ਨੂੰ ਦੱਸਿਆ। आज नेहरू युवा केंद्र फरीदकोट युवा उत्सव इंडिया एट 2047 का आयोजन महात्मा गांधी सीनियर सेकेंडरी स्कूल में करवा रहा है। युवा उत्सव एक प्रोग्राम है भारत सरकार के द्वारा जो लॉन्च किया गया है। भारत देश के हर ज़िले के अंदर युवा उत्सव का प्रोग्राम करवाया जा रहा है, जिसमें डिस्ट्रिक्ट लेवल के जो विजेता होंगे उनको राज्य स्तर पर जाने का मौका मिलेगा और जो स्टेट लेवल के विनर होंगे उनको नेशनल लेवल पर जाने का मौका मिलेगा। युवा उत्सव के अंदर 5 प्रोग्राम करवाए जा रहे हैं, जिसके अंदर पहला प्रोग्राम है पेंटिंग कंपटीशन, दूसरा है राइटिंग का कंपटीशन, तीसरा है डेक्लामेशन कंपटीशन, चौथा फोटोग्राफी का और जो आखिरी है वो है कल्चरल फेस्ट। इसके अंदर ज़िले का कोई भी युवा जिसकी उम्र 15 से लेकर 29 साल के बीच में है भाग ले सकता है और अपनी प्रतिभा को सामने ला सकता है। ਅੱਜ ਜੋ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ @2047 ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਤੇ ਜਿਹੜੇ ਸਾਡੇ ਨੌਜਵਾਨ ਨੇ 15 ਤੋਂ 29 ਸਾਲ ਦੇ ਪੂਰੇ ਫਰੀਦਕੋਟ ਜ਼ਿਲ੍ਹੇ ਦੀ, ਉਹ ਸਾਰੇ ਵੱਖਰੇ ਵੱਖਰੇ ਮੁਕਾਬਲਿਆਂ ਦੇ ਵਿੱਚ, ਚਾਹੇ ਉਹ ਪੇਂਟਿੰਗ ਮੁਕਾਬਲਾ ਹੈ, ਚਾਹੇ ਉਹ ਡਰਾਇੰਗ ਕੰਪੀਟੀਸ਼ਨ ਹੈ, ਚਾਹੇ ਉਹ ਕਲਚਰ, ਉਹ ਜਿਹੜਾ ਸਾਡਾ ਸੱਭਿਆਚਾਰ ਹੈ ਅਲੋਪ ਹੋ ਰਿਹਾ ਹੈ, ਜਿਹੜਾ ਉਸ ਨੂੰ ਸੰਭਾਲਣ ਦੇ ਲਈ ਸਾਡੇ ਨੌਜਵਾਨਾਂ ਦੀ ਹੈ ਜਿਹੜੀ ਪ੍ਰਾਪਤੀ ਹੈ। ਨੌਜਵਾਨ ਜੋ ਨਸ਼ਿਆਂ ਦੇ ਜਾਂ ਹੋਰ ਸਮਾਜਿਕ ਬੁਰਾਈਆਂ ਵੱਲ ਜਾ ਰਹੇ ਨੇ, ਜੋ ਉਹਨਾਂ ਨੂੰ ਛੁਟਕਾਰਾ ਪਾਉਣ ਦੇ ਲਈ ਇਹ ਵੱਖਰੇ ਵੱਖਰੇ ਜਿਹੜੇ ਪਿਓਮ ਰਾਈਟਿੰਗ ਹੈ, ਇਹਦੇ ਵਿੱਚ ਡੈਕਲਾਮੇ ਕੰਟੈਸਟ ਹੈ, ਇਹ ਸਾਰੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੇ 5 ਪਰਨ ਨੇ, ਉਹਨਾਂ ਦੇ ਆਧਾਰਿਤ ਸ੍ਰੀ ਅਨੁਰਾਗ ਠਾਕੁਰ ਜੀ ਦੀ ਜੋ ਯੂਥ ਅਫੇਅਰ ਐਂਡ ਸਪੋਰਟਸ ਮਿਨਿਸਟਰ ਦੇ ਮੰਤਰੀ ਨੇ, ਉਹਨਾਂ ਦੇ ਸਹਿਯੋਗ ਦੇ ਨਾਲ ਪੂਰੇ ਭਾਰਤ ਦੇਸ਼ ਦੇ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਹੈ, ਉਹਦੇ ਸੰਬੰਧ ਦੇ ਵਿੱਚ ਸਾਡਾ ਇਹ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈ। ਇਹਦੇ ਵਿੱਚ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਨੌਜਵਾਨ ਕਿਉਂਕਿ ਵੱਖਰੇ ਵੱਖਰੇ ਕੰਪੀਟੀਸ਼ਨਾਂ ਦੇ ਵਿੱਚ ਭਾਗ ਲੈਣਾ ਚਾਹੁੰਦੇ ਨੇ। ਜਿਹੜਾ ਵਿਨਰ ਹੋਊਗਾ ਸਟੇਟ ਦਾ, ਉਹ ਨੈਸ਼ਨਲ ਪੱਧਰ 'ਤੇ ਵੀ ਜਾ ਕੇ ਉਹ ਨੌਜਵਾਨ ਉਹ ਆਪਣਾ ਫਰੀਦਕੋਟ ਜ਼ਿਲ੍ਹੇ ਦਾ, ਪੂਰੇ ਪੰਜਾਬ ਦਾ ਜਾਂ ਪੂਰੇ ਦੇਸ਼ ਦਾ ਜਿਹੜਾ ਉਹ ਨਾਂ ਰੋਸ਼ਨ ਕਰ ਸਕਦਾ ਹੈ। ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਭਾਰਤ ਸਰਕਾਰ ਵੱਲੋਂ ਇਹ ਬਹੁਤ ਵੱਡਾ ਔਰ ਬਹੁਤ ਉੱਤਮ ਉਪਰਾਲਾ ਹੈ ਕਿ ਯੁਵਾ ਸ਼ਕਤੀ ਨੂੰ ਕਿਵੇਂ ਉਸ ਊਰਜਾ ਨੂੰ ਸੇਧ ਦਿੱਤੀ ਜਾਵੇ, ਕਿਵੇਂ ਉਸ ਨੂੰ ਕਲਾ ਦੇ ਵਿੱਚ ਬਦਲਿਆ ਜਾਵੇ ਔਰ ਇਸ ਕਲਾ ਦੇ ਲਈ ਉਸ ਊਰਜਾ ਨੂੰ ਸਹੀ ਦਿਸ਼ਾ ਦੇਣ ਦੇ ਲਈ ਇਹਨਾਂ ਨੇ ਜੋ ਵੱਖ-ਵੱਖ ਤਰ੍ਹਾਂ ਦੀ ਚੋਣ ਕੀਤੀ ਹੈ ਉਹ ਬੜੀ ਕਮਾਲ ਦੀ ਹੈ। ਮੈਂ ਇੱਥੇ ਬਤੌਰ ਜੱਜ ਡੈਕਲੇਮੇਸ਼ਨ ਦੀ ਜੱਜਮੈਂਟ ਲਈ ਆਇਆ ਸੀ, ਲੇਕਿਨ ਸਾਰੀਆਂ ਜੋ ਗਤੀਵਿਧੀਆਂ ਨੇ, ਚਾਹੇ ਉਹ ਪੇਂਟਿੰਗ ਹੈ, ਚਾਹੇ ਫੋਟੋਗ੍ਰਾਫੀ ਹੈ, ਚਾਹੇ ਕਲਚਰ ਹੈ ਸਾਡਾ, ਔਰ ਚਾਹੇ ਪੋਇਟਰੀ ਰਾਈਟਿੰਗ ਹੈ, ਉਹਨਾਂ ਦੇ ਵਿੱਚ ਹਰ ਗਤੀਵਿਧੀ ਦੱਸਦੀ ਹੈ ਕਿ ਯੁਵਾ ਸ਼ਕਤੀ ਨੂੰ ਕਿਵੇਂ ਉਚਾਈ ਵੱਲ ਲੈ ਕੇ ਜਾਇਆ ਜਾਵੇ, ਕਿਵੇਂ ਉਸ ਨੂੰ ਸਿਰਜਨਾਤਮਕ ਰਾਹ ਪ੍ਰਦਾਨ ਕੀਤੇ ਜਾਣ। ਸੋ ਫਰੀਦਕੋਟ ਦੇ ਨਹਿਰੂ ਯੁਵਾ ਕੇਂਦਰ ਦਫ਼ਤਰ ਦਾ ਬਹੁਤ ਹੀ ਸ਼ਾਨਦਾਰ ਪ੍ਰਬੰਧ, ਔਰ ਇਹ ਪ੍ਰਬੰਧ ਲਗਾਤਾਰ ਨਿਰੰਤਰ ਜਾਰੀ ਰਹਿਣੇ ਚਾਹੀਦੇ ਨੇ। ਸੋ ਬਹੁਤ ਹੀ ਉੱਤਮ ਤਰ੍ਹਾਂ ਦੀ ਗਤੀਵਿਧੀ ਹੈ, ਭਾਰਤ ਦੇ ਯੁਵਾ ਲਈ ਇੱਕ ਬਹੁਤ ਹੀ ਅੱਛਾ ਦਿਸ਼ਾ ਨਿਰਦੇਸ਼ ਹੈ ਜਿਹੜੇ ਕਿ ਨਿਰੰਤਰ ਜਾਰੀ ਰਹਿਣੇ ਚਾਹੀਦੇ ਨੇ। ਪੇਂਟਿੰਗ ਪ੍ਰਤੀਯੋਗਿਤਾ ਵਿੱਚ ਬੱਚਿਆਂ ਦੀ ਰੁਚੀ ਦੇਖਦੇ ਹੀ ਬਣਦੀ ਸੀ।
ਆਪਣੀ ਸੂਝ-ਬੂਝ ਮੁਤਾਬਕ ਬੱਚਿਆਂ ਨੇ ਪੇਂਟਿੰਗ ਨੂੰ ਬੜੇ ਧਿਆਨਪੂਰਵਕ ਬਣਾਇਆ ਤੇ ਨਿਰਧਾਰਿਤ ਜੱਜਾਂ ਨੂੰ ਆਪਣੀਆਂ ਪੇਂਟਿੰਗ ਸੌਂਪੀਆਂ ਤੇ ਮਾਨਯੋਗ ਜੱਜਾਂ ਨੇ ਵਧੀਆ ਪੇਂਟਿੰਗਸ ਬਣਾਉਣ ਵਾਲੇ ਬੱਚਿਆਂ ਨੂੰ ਪਹਿਲਾ, ਦੂਜਾ ਤੇ ਤੀਜਾ ਦਰਜਾ ਯੋਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਭਾਰਤ ਦੀ ਆਜ਼ਾਦੀ ਨੂੰ 2047 ਦੇ ਵਿੱਚ 100 ਸਾਲ ਪੂਰੇ ਹੋਣ ਲੱਗੇ ਆ, ਜਿਹਦੇ ਤੇ ਕੇਂਦਰ ਸਰਕਾਰ ਬਹੁਤ ਸੋਹਣਾ ਇੱਕ ਮੰਚ ਲੈ ਕੇ ਆਈ ਹੈ ਯੁਵਾ ਦੇ ਲਈ, ਯੂਥ ਦੇ ਲਈ, ਤਾਂ ਕਿ ਜਿਹੜੇ ਯੂਥ ਆਪਣੇ ਬੱਚੇ ਉਹ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ, ਜੋ ਵੀ ਉਹਨਾਂ ਦਾ ਸਕਿੱਲ ਆ ਉਹਦੇ ਵਿੱਚ ਉਹ ਅੱਗੇ ਜਾ ਸਕਣ। ਅੱਜ ਇੱਥੇ ਪੇਂਟਿੰਗ ਕੰਪੀਟੀਸ਼ਨ ਆ ਜਿਹੜੇ ਹੋ ਰਹੇ ਸੀ, ਜਿੱਥੇ ਮੈਂ ਬਤੌਰ ਜੱਜ ਸੇਵਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਸੋਹਣਾ ਇਹ ਉਪਰਾਲਾ, ਜਿਹੜੇ ਇਦਾਂ ਦੇ ਪ੍ਰੋਗਰਾਮ ਆ ਜਿਹੜੇ ਉਹ ਲੈ ਕੇ ਆਉਂਦੇ ਆ ਯੂਥ ਲਈ, ਬੱਚਿਆਂ ਲਈ। ਇਹਦੇ ਨਾਲ ਜਿਹੜੀਆਂ ਵੀ ਕੇਂਦਰ ਸਰਕਾਰ ਦੀਆਂ ਜੋ ਵੀ ਗਤੀਵਿਧੀਆਂ, ਜੋ ਵੀ ਸਰਕਾਰ ਕੰਮਕਾਜ ਕਰ ਰਹੀ ਆ, ਉਹ ਯੂਥ ਉਹਦੇ ਪ੍ਰਤੀ ਅਵੇਅਰ ਹੁੰਦਾ। ਅਗਰ ਉਹਨਾਂ ਨੂੰ ਨੌਲੇਜ ਹੋਏਗੀ ਤਾਂ ਹੀ ਉਹ ਅੱਗੇ ਵੱਧ ਸਕਦਾ, ਕਿਸੇ ਕੰਪੀਟੀਸ਼ਨ, ਕਿਸੇ ਮੰਚ ਨੂੰ ਸਾਕਾਰ ਕਰਕੇ ਅੱਗੇ ਆ ਜਿਹੜੇ ਉਹ ਬੱਚੇ ਜਾ ਸਕਦੇ ਆ। ਬਹੁਤ ਸੋਹਣਾ ਪ੍ਰੋਗਰਾਮ ਆ ਜਿਹੜਾ ਇੱਥੇ ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਇਆ ਗਿਆ। ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਅੱਜ ਮੈਂ MGM ਸੀਨੀਅਰ ਸੈਕੰਡਰੀ ਸਕੂਲ +1 ਆਰਟਸ ਦੀ ਵਿਦਿਆਰਥਣ ਪੇਂਟਿੰਗ ਕੰਪੀਟੀਸ਼ਨ ਵਿੱਚ ਭਾਗ ਲੈਣ ਆਈ ਹਾਂ। ਮੈਨੂੰ ਨਰਿੰਦਰ ਮੋਦੀ ਜੀ ਦਾ ਇਹ ਫੈਸਲਾ ਬਹੁਤ ਵਧੀਆ ਲੱਗਾ। ਉਹਨਾਂ ਨੇ ਬੱਚਿਆਂ ਨੂੰ ਪੇਂਟਿੰਗ ਵਿੱਚ ਅੱਗੇ ਵਧਾਉਣ ਲਈ ਬਹੁਤ ਹੀ ਵਧੀਆ ਕਦਮ ਚੁੱਕਿਆ ਹੈ। ਮੈਨੂੰ ਬਹੁਤ ਖੁਸ਼ੀ ਹੋਈ। ਧੰਨਵਾਦ ਨਰਿੰਦਰ ਮੋਦੀ ਜੀ। ਦੂਜੇ ਪਾਸੇ ਮੋਬਾਈਲ ਫੋਟੋਗ੍ਰਾਫੀ ਵਿੱਚ ਮਗਨ ਪ੍ਰਤੀਯੋਗੀ ਆਪਣੀ ਯੋਗਤਾ ਮੁਤਾਬਕ ਫੋਟੋਗ੍ਰਾਫੀ ਕਰਨ ਵਿੱਚ ਰੁੱਝੇ ਦੇਖੇ ਗਏ ਅਤੇ ਕੁਦਰਤੀ ਨਜ਼ਾਰਿਆਂ ਨੂੰ ਫੋਟੋਗ੍ਰਾਫੀ ਵਿੱਚ ਕੈਦ ਕਰਕੇ ਇਨਾਮ ਹਾਸਲ ਕੀਤੇ। ਇਸੇ ਤਰ੍ਹਾਂ ਕਵਿਤਾ ਲੇਖਣ ਵਿੱਚ ਵੀ ਬੱਚਿਆਂ ਨੇ ਬਹੁਤ ਰੁਚੀ ਦਿਖਾਈ ਅਤੇ ਨਿਰਧਾਰਿਤ ਵਿਸ਼ਿਆਂ ਤੇ ਕਵਿਤਾਵਾਂ ਲਿਖ ਕੇ ਵਾਹ-ਵਾਹ ਖੱਟੀ। ਮੈਂ ਨਹਿਰੂ ਯੁਵਾ ਕੇਂਦਰ ਦੇ ਪਾਰਲਰ ਵਿੱਚੋਂ ਆਈ ਹਾਂ ਔਰ ਮਹਾਤਮਾ ਗਾਂਧੀ ਸਕੂਲ ਦੇ ਵਿੱਚ ਫੰਕਸ਼ਨ ਅਟੈਂਡ ਕਰਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਦਾ ਬਹੁਤ ਵਧੀਆ ਉਪਰਾਲਾ ਹੈ। ਅੱਜ ਨਹਿਰੂ ਯੁਵਾ ਕੇਂਦਰ ਵੱਲੋਂ ਇੱਕ ਪ੍ਰੋਗਰਾਮ ਉਸਾਰਿਆ ਗਿਆ, ਜਿਹੜਾ ਕਿ ਮੋਦੀ ਜੀ ਵੱਲੋਂ ਚਲਾਈ ਗਈ ਲੜੀ ਦੇ ਤਹਿਤ ਅਲੱਗ-ਅਲੱਗ ਤਰ੍ਹਾਂ ਦੇ ਬੱਚਿਆਂ ਨੇ ਅਲੱਗ-ਅਲੱਗ ਪਾਰਟਿਸਿਪੇਸ਼ਨ ਕੀਤੀਆਂ, ਪੇਂਟਿੰਗਸ ਬਣਾਈਆਂ, ਕਲਚਰਲ ਐਕਟੀਵਿਟੀਆਂ ਜਿਹੜੀਆਂ ਉਹ ਪੇਸ਼ਕਾਰੀ ਕੀਤੀ ਗਈ। ਬੱਚਿਆਂ ਦਾ ਉਤਸ਼ਾਹ ਵੇਖ ਕੇ ਬਹੁਤ ਹੀ ਮਨ ਨੂੰ ਪ੍ਰਸੰਨਤਾ ਮਿਲੀ ਹੈ ਤੇ ਬਹੁਤ ਹੀ ਸ਼ਲਾਘਾਯੋਗ ਜਿਹੜਾ ਇਹ ਉਪਰਾਲਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ। ਆਸ ਕਰਦਾ ਹਾਂ ਕਿ ਇਦਾਂ ਦੇ ਪ੍ਰੋਗਰਾਮ ਸਮੇਂ ਸਿਰ ਕੀਤੇ ਜਾਣ ਤਾਂ ਕਿ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾਵੇ, ਤਾਂ ਕਿ ਵੱਧ ਤੋਂ ਵੱਧ ਹਿੱਸਾ ਲੈ ਕੇ ਸਕਣ ਤੇ ਆਪਣਾ ਜੀਵਨ ਸਫਲ ਬਣਾ ਸਕਣ। ਤੇ ਅਖੀਰ ਵਿੱਚ ਵਾਰੀ ਆਈ ਮਨੋਰੰਜਨ ਦੀ। ਉਤਸ਼ਾਹਪੂਰਵਕ ਭਾਗ ਲੈ ਰਹੇ ਬੱਚਿਆਂ ਨੇ ਇਸ ਯੁਵਾ ਉਤਸਵ ਵਿੱਚ ਇੱਕ ਨਵਾਂ ਰੰਗ ਭਰ ਦਿੱਤਾ। ਸਮੂਹ ਗਾਨ, ਲੋਕ ਨਾਚ ਨੇ ਤਾਂ ਦਰਸ਼ਕਾਂ ਦੇ ਮਨ ਮੋਹ ਲਏ ਤੇ ਦਰਸ਼ਕ ਖੁਸ਼ੀ ਨਾਲ ਝੂਮ ਉੱਠੇ। ਪੰਜਾਬ ਦਾ ਲੋਕ ਨਾਚ ਭੰਗੜਾ ਅਵਲ ਨੰਬਰ ਤੇ ਰਿਹਾ ਤੇ ਭੰਗੜੇ ਵਾਲੇ ਬੱਚਿਆਂ ਦਾ ਉਤਸ਼ਾਹ ਦੇਖਣ ਨੂੰ ਹੀ ਬਣਦਾ ਸੀ। ਪਾਣੀ ਭਰਦੇ ਨੇ ਵੱਡੇ ਵੱਡੇ ਖੰਗ
ਇਸ ਯੁਵਾ ਉਤਸਵ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਸੰਬੋਧਨ ਕਰਦਿਆਂ ਆਪਣੇ ਬਚਪਨ ਨੂੰ ਯਾਦ ਕੀਤਾ ਕਿ ਕਿਵੇਂ ਬਚਪਨ ਵਿੱਚ ਪਹਿਲਾਂ ਮਾਪਿਆਂ, ਫਿਰ ਅਧਿਆਪਕ ਤੇ ਫਿਰ ਗਾਇਕੀ ਦੇ ਉਸਤਾਦ ਧਾਰਨ ਕਰਦੇ ਤੇ ਸਿੱਖਿਆ ਪ੍ਰਾਪਤ ਕਰਕੇ ਜਿਸ ਤਰ੍ਹਾਂ ਅੱਜ ਬੱਚੇ ਪ੍ਰਤੀਯੋਗਿਤਾ ਵਿੱਚ ਭਾਗ ਲੈ ਕੇ ਆਪਣੇ ਜੀਵਨ ਵਿੱਚ ਉਚਾਈਆਂ ਪ੍ਰਾਪਤ ਕਰ ਰਹੇ ਹਨ, ਉਸੇ ਤਰ੍ਹਾਂ ਉਹਨਾਂ ਵੀ ਸਖਤ ਮਿਹਨਤ ਸਦਕਾ ਇਹ ਉਚਾਈ ਹਾਸਲ ਕੀਤੀ। ਉਹਨਾਂ ਬੱਚਿਆਂ ਨੂੰ ਆਪਣੇ ਅਧਿਆਪਕ, ਮਾਂ-ਬਾਪ ਤੇ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰਨ ਤੇ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਬਹੁਤ ਹੀ ਪਿਆਰੇ ਬੱਚਿਓ, ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਆਪ ਜੀ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਦੇਖ ਕੇ ਆਪ ਜੀ ਦੀ ਅੱਛਾ ਲੱਗਿਆ। ਅੱਜ ਕੱਲ੍ਹ ਬੱਚੇ ਬਹੁਤ ਹੀ ਰੁਚੀ ਰੱਖਦੇ ਨੇ ਅੱਗੇ ਵਧਣ 'ਚ, ਔਰ ਮੈਂ ਸਮਝਦਾ ਇਹ ਸਾਡੇ ਮੁਲਕ ਦੀ ਖੁਸ਼ਕਿਸਮਤੀ ਹੈ ਵੀ ਬੱਚੇ ਸਿੱਖਿਆ ਵਾਸਤੇ, ਮਤਲਬ ਵਿੱਦਿਆ ਵਾਸਤੇ ਅਤੇ ਹੋਰ ਨਾ ਜਿੰਨੇ ਵੀ ਆਰਟਸ ਹੈਗੇ ਨੇ ਉਹਨਾਂ ਵਾਸਤੇ ਬਹੁਤ ਜਾਗਰੂਕ ਨੇ। ਉਹ ਸੇਧ ਲੈਂਦੇ ਨੇ ਸਰਦਾਰ ਸੋਭਾ ਸਿੰਘ ਜੀ ਤੋਂ ਪੇਂਟਿੰਗ ਦੀ, ਉਹ ਸੇਧ ਲੈਂਦੇ ਨੇ ਪ੍ਰੋਫੈਸਰ ਮੋਹਨ ਸਿੰਘ ਜੀ ਤੋਂ ਲਿਖਣ ਦੀ, ਉਹ ਸੇਧ ਲੈਂਦੇ ਨੇ ਸਰਦਾਰ ਜਸਵੰਤ ਸਿੰਘ ਕਮਲ ਤੋਂ ਵਾਰਤਕ ਦੀ, ਉਹ ਸੇਧ ਲੈਂਦੇ ਨੇ ਯਮਲਾ ਜੱਟ ਜੀ, ਕੁਲਦੀਪ ਮਾਨਕ ਜੀ, ਗੁਰਦਾਸ ਮਾਨ ਜੀ, ਉਹਨਾਂ ਤੋਂ ਗਾਇਨ ਦੀ। ਤਾਂ ਮੈਂ ਸਮਝਦਾ ਹਰ ਸ਼ੋਬੇ 'ਚ, ਹਰ ਫੀਲਡ ਦੇ ਵਿੱਚ ਬੱਚੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਭ ਕੁਝ ਸਿੱਖ ਕੇ ਔਰ ਉਹਦੀ ਪ੍ਰੈਕਟਿਸ ਕਰਕੇ ਉਹ ਅੱਗੇ ਆ ਰਹੇ ਨੇ। ਇਹਦੇ ਨਾਲ ਮਾਂ-ਬਾਪ ਨੂੰ ਵੀ ਖੁਸ਼ੀ ਹੁੰਦੀ ਹੈ ਤੇ ਬੱਚਿਆਂ ਦਾ ਭਵਿੱਖ ਵੀ ਉਜਵਲ ਹੁੰਦਾ, ਕਿਉਂਕਿ ਆਪਾਂ ਕਿਸੇ ਵੀ ਕੰਮ ਦੇ ਵਿੱਚ ਜਦੋਂ ਕੋਈ ਮਹਾਰਤ ਹਾਸਲ ਕਰ ਲੈਂਦੇ ਹਾਂ, ਸਾਡਾ ਦੁਨੀਆ 'ਚ ਜਿੱਥੇ ਨਾਮ ਬਣਦਾ, ਪਛਾਣ ਬਣਦੀ ਹੈ। ਤੇ ਮੈਂ ਸਮਝਦਾ ਜਿਹੜੇ ਟੀਚਰ ਸਾਹਿਬਾਨ ਉਹਨਾਂ ਨੂੰ ਉਤਸ਼ਾਹਿਤ ਕਰਦੇ ਨੇ, ਸਿੱਖਿਆ ਦਿੰਦੇ ਨੇ, ਸਿਖਾਉਂਦੇ ਨੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਉਹ ਬੱਚਿਆਂ ਨੂੰ ਇੱਕ ਅੱਛੇ ਮਤਲਬ ਕੰਮ ਵਿੱਚ ਲਾਉਂਦੇ ਨੇ। ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਜੀ ਦੁਆਰਾ ਪ੍ਰਤੀਯੋਗੀਆਂ ਅਤੇ ਇਲਾਕੇ ਦੀਆਂ ਮਾਣਯੋਗ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।